सन 1947 ਦੀ ਵੰਡ ਨੇ ਸਦੀਆਂ ਤੋਂ ਘੁੱਗ ਵਸਦੇ ਪੰਜਾਬੀਆਂ ਨੂੰ ਫਿਰਕੂ ਲੀਹਾਂ ਤੇ ਉਜਾੜ ਕੇ ਰੱਖ ਦਿੱਤਾ ਸੀ। ਇਹਦਾ ਸਭ ਤੋਂ ਵੱਧ ਸੰਤਾਪ ਪੰਜਾਬ ਨੇ ਆਪਣੇ ਸੀਨੇ ਤੇ ਹੰਢਾਇਆ, ਜਿਹਦੀ ਛਾਤੀ ਪਾੜ ਦੋ ਟੋਟੇ ਕਰਕੇ ਇੱਕ ਹਿੰਦੁਸਤਾਨ ਨੂੰ ਦੇਤਾ ਤੇ ਇੱਕ ਪਾਕਿਸਤਾਨ ਨੂੰ। ਵੰਡ ਦੌਰਾਨ ਸਿਆਸਤਦਾਨਾਂ ਦੀ ਫੈਲਾਈ ਨਫ਼ਰਤ ਨੇ 10 ਲੱਖ ਤੋਂ ਵੀ ਵੱਧ ਲੋਕਾਂ ਦੀ ਵੱਢ ਟੁੱਕ ਦਾ ਰਾਹ ਪੱਧਰਾ ਕਰ ਦਿੱਤਾ ਸੀ। ਇਸ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਬਿਮਾਰੀ ਤੇ ਭੁੱਖਮਰੀ ਨਾਲ ਮਾਰੇ ਗਏ। ਆਪਣੇ ਭਰੇ ਵਸੇ ਘਰ ਉਜੜਨ ਤੋਂ ਬਾਅਦ ਚੜ੍ਹਦੇ ਪੰਜਾਬ ਵੱਲ ਵਧਦਿਆਂ ਸਿੱਖਾਂ ਦਾ 20ਵਾਂ ਹਿੱਸਾ ਤਾਂ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਵੱਢ ਦਿੱਤਾ ਗਿਆ। ਹਜ਼ਾਰਾਂ ਜਵਾਨ ਧੀਆਂ ਦੀ ਪੱਤ ਰੋਲੀ ਗਈ। ਕੁਝ ਮਾਪਿਆਂ ਨੇ ਤਾਂ ਆਪ ਜ਼ਹਿਰ ਦੀਆਂ ਪੁੜੀਆਂ ਜਵਾਨ ਧੀਆਂ ਦੀ ਤਲੀ ਤੇ ਰੱਖ ਦਿੱਤੀਆਂ ਤਾਂ ਜੋ ਕਿਸੇ ਵਹਿਸ਼ੀ ਭੇੜੀਏ ਦੇ ਹੱਥ ਪਾਉਣ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਖਤਮ ਕਰ ਲੈਣ। ਇਹ ਸੰਤਾਪ ਪੰਜਾਬੀਆਂ ਲਈ ਤਾਂ ਜਿਵੇਂ ਚੰਗੇ ਕੰਮਾਂ ਦਾ ਮਾੜਾ ਨਤੀਜਾ ਸੀ, ਕਿਉਂਕਿ ਇਸੇ ਆਜ਼ਾਦੀ ਲਈ ਹੀ ਹਜ਼ਾਰਾਂ ਸਿੱਖ ਸੂਰਮਿਆਂ ਨੇ ਫਾਂਸੀ ਦੇ ਰੱਸੇ ਚੁੰਮੇ। ਲੱਖਾਂ ਨੂੰ ਦੂਰ ਦੁਰਾਡੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਜਦਕਿ ਉਹਨਾਂ ਦੇ ਪਰਿਵਾਰ ਪਿੱਛੇ ਪੂਰੀ ਜ਼ਿੰਦਗੀ ਗਰੀਬੀ ਦੀ ਚੱਕੀ ਵਿੱਚ ਪਿਸਦੇ ਰਹੇ। 2% ਆਜ਼ਾਦੀ ਹੋਣ ਤੋਂ ਬਾਅਦ ਵੀ 90% ਕੁਰਬਾਨੀਆਂ ਦੇਣ ਵਾਲੇ ਸਿੱਖਾਂ ਲਈ ਇਹ ਵੰਡ ਕਦੀ ਨਾ ਸੁੱਕਣ ਵਾਲਾ ਨਸੂਰ ਬਣ ਕੇ ਰਹਿ ਗਿਆ। ਉਹਨਾਂ ਆਜ਼ਾਦੀ ਘੁਲਾਟਿਆਂ ਨੇ ਕਦੀ ਨਹੀਂ ਸੋਚਿਆ ਹੋਣਾ ਕਿ ਜਿਹੜੀ ਆਜ਼ਾਦੀ ਦੀ ਖੂਬਸੂਰਤ ਪਰੀ ਦਾ ਉਹ ਦਿਨ ਰਾਤ ਸੁਪਨਾ ਵੇਖਦੇ ਸੀ, ਉਹਦਾ ਰੂਪ ਇੰਨਾ ਡਰਾਉਣਾ ਹੋਊਗਾ ਕਿ ਅਸੀਂ ਪੀੜ੍ਹੀਆਂ ਤੱਕ ਉਸ ਦੀ ਦਹਿਸ਼ਤ ਭੁੱਲ ਨਹੀਂ ਪਾਵਾਂਗੇ। ਪਰ ਕੀ ਤੁਸੀਂ ਕਦੀ ਸੋਚਿਆ ਕਿ ਜਿਹੋ ਜਿਹੀ ਆਜ਼ਾਦੀ ਦੀ ਸਾਡੇ ਸਿੱਖ ਕਲਪਨਾ ਕਰਦੇ ਸੀ, ਉਹ ਸੱਚਮੁੱਚ ਵੀ ਓਨੀ ਖੂਬਸੂਰਤ ਹੋ ਸਕਦੀ ਸੀ? ਜੇ ਮੁਸਲਮਾਨ ਭਰਾਵਾਂ ਨੂੰ ਉਹਨਾਂ ਦਾ ਕੌਮੀ ਘਰ ਪਾਕਿਸਤਾਨ ਮਿਲ ਗਿਆ ਤਾਂ ਆਪਣਾ ਹੱਕ ਲੈਣ ਵਿੱਚ ਸਿੱਖ ਭਲਾ ਪਿੱਛੇ ਕਿਵੇਂ ਰਹਿ ਗਏ? ਅੱਜ ਅਸੀਂ ਜੇ ਆਪਣੇ ਆਜ਼ਾਦ ਕੌਮੀ ਘਰ ਨੂੰ ਤਰਸ ਰਹੇ ਹਾਂ ਤਾਂ ਉਹ ਕਿਹਦੀ ਗਲਤੀ ਹੈ? ਕਾਂਗਰਸ ਦੀ, ਸਾਡੇ ਆਪਣੇ ਸਿੱਖ ਲੀਡਰਾਂ ਦੀ, ਜਾਂ ਫਿਰ ਸਾਡੀ ਪੂਰੀ ਕੌਮ ਦੀ? ਜਾਣਾਂਗੇ ਸਭ ਕੁਝ ਇਸ ਵੀਡੀਓ ਵਿੱਚ। ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਜਾਂ ਇਹ ਵੀਡੀਓ ਤੁਹਾਨੂੰ WhatsApp ਤੇ ਕਿਸੇ ਸੱਜਣ ਨੇ ਸ਼ੇਅਰ ਕੀਤਾ ਹੈ ਤਾਂ YouTube ਤੇ ਆ ਕੇ ਸਕਸੈਸ ਦਾ ਰਾਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਆਸਾਨ ਭਾਸ਼ਾ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਸ਼ਾਨਦਾਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ। ਸਾਡੇ ਚੈਨਲ ਦੇ ਕੁਝ ਸ਼ਾਨਦਾਰ ਵੀਡੀਓਜ਼ ਇਸ ਤਰ੍ਹਾਂ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਰਾਵਣ ਵਿੱਚ ਕੀ ਸਮਾਨਤਾ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 3 ਵਿਆਹ ਕਿਉਂ ਕਰਵਾਏ? ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਜ਼ਾਰਾਂ ਗੁੰਮਨਾਮ ਲਾਸ਼ਾਂ ਦਾ ਵਾਰਸ ਸਰਦਾਰ ਜਸਵੰਤ ਸਿੰਘ ਖਾਲੜਾ। ਗੱਦਾਰੀ ਕਾਰਨ ਕਿਵੇਂ ਹੋਈ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹੀਦੀ? ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿਵੇਂ ਹੋਇਆ ਸਿੱਖ ਰਾਜ ਦਾ ਅੰਤ? ਸਰਦਾਰ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਨਹੀਂ ਮਾਰੀ ਸੀ? ਕਿ ਮਾਈ ਭਾਗੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਨਗਨ ਰਹਿੰਦੇ ਸਨ? ਸਰਦਾਰ ਜੱਸਾ ਸਿੰਘ ਰਾਮਗੜੀਆ ਕਿਉਂ ਲੱਗਦਾ ਹੈ ਧੀ ਦੇ ਕਤਲ ਦਾ ਇਲਜ਼ਾਮ, ਤੇ ਕਿਉਂ ਕੀਤਾ ਮੁਗਲਾਂ ਨਾਲ ਰਲ ਸਿੱਖ ਫੌਜ ਤੇ ਹਮਲਾ? ਇਹ ਵੀਡੀਓ ਤੁਹਾਡੇ ਸਭ ਦੀ ਪੁਰਜੋਰ ਫਰਮਾਇਸ਼ ਤੋਂ ਬਾਅਦ ਹਾਜ਼ਰ ਕੀਤਾ ਗਿਆ ਹੈ। ਇਸੇ ਤਰ੍ਹਾਂ ਕਮੈਂਟ ਕਰਕੇ ਦੱਸਦੇ ਰਹੋ ਕਿ ਤੁਸੀਂ ਅਗਲਾ ਵੀਡੀਓ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ। ਭਾਈ ਬੋਤਾ ਸਿੰਘ ਗਰਜਾ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਗਦਰ ਲਹਿਰ ਜਾਂ ਫਿਰ ਬੁੱਕ ਤੇ ਸਿੱਖ ਵੀ ਨਿਗਲਿਆ ਗਿਆ, ਜਿਹਦੇ 'ਚ ਡਿਟੇਲ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਕਈ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਤੋਂ ਬਾਅਦ ਹੁਣ ਹਿੰਦੂ ਧਰਮ ਸਿੱਖੀਜ਼ਮ ਨੂੰ ਨਿਗਲ ਰਿਹਾ ਹੈ। ਭਾਰਤ ਨੂੰ 2 ਹਿੱਸਿਆਂ 'ਚ ਵੰਡਣ ਦਾ ਕੰਮ ਸਿਰੇ ਲਾ ਜੂਨ 1947 ਨੂੰ ਅੰਗਰੇਜ਼ ਬੈਰਿਸਟਰ ਸਰ ਸਾਇਰਲ ਰੈਡਕਲਿਫ ਨੂੰ ਲੰਡਨ ਤੋਂ ਦਿੱਲੀ ਭੇਜਿਆ ਗਿਆ ਸੀ। ਵੰਡ ਦੀ ਲਕੀਰ ਵਾਹੁਣ ਲਈ ਇਸ ਕੋਲ ਸਿਰਫ 5 ਹਫ਼ਤੇ ਸਨ। ਇਸ ਕਮਿਸ਼ਨ ਵਿੱਚ ਇਹਦੇ ਨਾਲ 4 ਬੰਦੇ ਸਨ। ਕਾਂਗਰਸ ਵੱਲੋਂ ਮੇਹਰ ਚੰਦ ਮਹਾਜਨ ਤੇ ਤੇਜਾ ਸਿੰਘ, ਅਤੇ ਮੁਸਲਿਮ ਲੀਗ ਵੱਲੋਂ ਦੀਨ ਮੁਹੰਮਦ ਤੇ ਮੁਹੰਮਦ ਮੁਨੀਰ। ਜੋ ਨਕਸ਼ੇ ਦੇ ਸਾਹਮਣੇ ਰੱਖੇ ਗਏ ਉਹ ਪਤਾ ਨਹੀਂ ਕਦੋਂ ਦੇ ਸਨ। ਮਰਦਮਸ਼ੁਮਾਰੀ ਕੀ ਸੀ? ਨਾ ਮੂੰਹ ਸੀ ਨਾ ਸਿਰ ਸੀ। ਕੱਲਾ ਪਿੰਡ ਸਰਹੱਦ 'ਚ ਕਿੱਥੇ ਵਸਦਾ ਹੈ ਦੇਖਣ ਦਾ ਸਮਾਂ ਨਹੀਂ ਸੀ। 7 ਸਤਵਾਰੇ ਲਾ ਉਸਨੇ ਮੁਲਕ ਦੇ 2 ਟੋਟੇ ਕਰਤੇ। ਚੰਗਾ ਕੀਤਾ ਮਾੜਾ ਕੀਤਾ ਵਸਣ ਵਾਲੇ ਆਪੇ ਜਾਣਨ। ਇਸ ਵੱਡੀ ਤਬਾਹੀ ਦਾ ਪਾਪ ਰੈਡਕਲਿਫ ਨੂੰ ਉਦੋਂ ਹੀ ਸਤਾਉਣ ਲੱਗ ਪਿਆ ਸੀ। ਉਸਨੇ ਆਪਣੀ ਬਣਦੀ ਫੀਸ ਵੀ ਨਾ ਲਈ ਤੇ ਕੀਤੀ ਕਰਤੂਤ ਦੇ ਸਾਰੇ ਕਾਗਜ਼ ਅੱਗ ਵਿੱਚ ਲੂ ਕੇ ਲੰਡਨ ਭੱਜਣ ਦੀ ਕੀਤੀ। ਰਹਿੰਦੀ ਸਾਰੀ ਜ਼ਿੰਦਗੀ ਉਸਨੂੰ ਕਿਸੇ ਪੰਜਾਬੀ ਹੱਥੋਂ ਮਾਰੇ ਜਾਣ ਦਾ ਡਰ ਸਤਾਉਂਦਾ ਰਿਹਾ। ਪਰ ਰੈਡਕਲਿਫ ਨੇ ਮੁਸਲਮਾਨ ਸਮਾਜ ਨੂੰ ਅੱਡ ਖਿੱਤਾ ਦਿੰਦੇ ਹੋਏ ਸਿੱਖਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਿਉਂ ਕਰ ਦਿੱਤਾ? ਅਸਲ ਵਿੱਚ ਬੈਰਿਸਟਰ ਰੈਡਕਲਿਫ ਤਾਂ ਬ੍ਰਿਟਿਸ਼ ਸਾਮਰਾਜ ਦਾ ਇੱਕ ਛੋਟਾ ਜਿਹਾ ਪੁਰਜਾ ਮਾਤਰ ਸੀ, ਜੋ ਹੁਕਮ ਦਾ ਪਾਬੰਦ ਸੀ। ਖਿੱਤਿਆਂ ਦੀ ਵੰਡ ਦਾ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ, ਜਿੱਥੇ ਸਿੱਖਾਂ ਦੇ ਆਜ਼ਾਦ ਰਾਜ ਦਾ ਕਿਤੇ ਕੋਈ ਜ਼ਿਕਰ ਨਹੀਂ ਸੀ। ਕਾਰਨ ਆਓ ਸੁਣੀਏ ਸਿੱਖਾਂ ਨਾਲ ਹੋਏ ਉਸ ਵਿਸਾਖਘਾਤ ਦੀ ਕਹਾਣੀ, ਜਿਹਦਾ ਹਰਜਾਨਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਦੂਸਰੀ ਸੰਸਾਰ ਜੰਗ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੂੰ ਆਪਣੇ ਜਾਣ ਦਾ ਅੰਦਾਜ਼ਾ ਹੋ ਗਿਆ ਸੀ ਤਾਂ ਇੱਕ ਵੱਡਾ ਸਵਾਲ ਸੀ ਕਿ ਜਾਂਦੇ ਜਾਂਦੇ ਵਾਗਡੋਰ ਕਿਹਦੇ ਹੱਥ ਫੜਾ ਕੇ ਜਾਈਏ। ਤਾਂ ਉਹਨਾਂ ਨੇ 2 ਕਮਿਸ਼ਨ ਬਿਠਾਏ, ਇੱਕ 1945 'ਚ ਤੇ ਇੱਕ 1947 'ਚ। ਇਹਨਾਂ ਦੋਵਾਂ ਕਮਿਸ਼ਨਾਂ ਨੇ ਹੀ 3 ਮੁੱਖ ਧਿਰਾਂ ਮਿੱਥੀਆਂ, ਹਿੰਦੂ, ਮੁਸਲਿਮ ਤੇ ਸਿੱਖ। ਹੁਣ ਹਿੰਦੂ ਤੇ ਮੁਸਲਮਾਨਾਂ ਤਰ੍ਹਾਂ ਸਿੱਖਾਂ ਕੋਲ ਵੀ ਕੁੱਲ 3 ਆਪਸ਼ਨ ਸਨ। ਜਾਂ ਉਹ ਹਿੰਦੁਸਤਾਨ ਜਾਂ ਪਾਕਿਸਤਾਨ 'ਚੋਂ ਇੱਕ ਨਾਲ ਰਲ ਜਾਣ ਜਾਂ ਫਿਰ ਆਪਣਾ ਇੱਕ ਆਜ਼ਾਦ ਮੁਲਕ ਬਣਾ ਲੈਣ।
ਪਰ ਸਿੱਖਾਂ ਨੇ ਆਪਣਾ ਵੱਖਰਾ ਆਜ਼ਾਦ ਮੁਲਕ ਬਣਾਉਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ। ਕਾਰਨ ਜਾਣਨ ਲਈ ਆਓ ਆਪਾਂ ਆਪਣੀ ਸੁਰਤ ਨੂੰ 1947 ਤੋਂ ਕੋਈ 3 ਕੁ ਦਹਾਕੇ ਪਿੱਛੇ ਲੈ ਚੱਲੀਏ। ਸਨ 1929 ਲਾਹੌਰ ਵਿਖੇ ਕਾਂਗਰਸ ਦੇ ਆਲ ਇੰਡੀਆ ਇਜਲਾਸ ਤੋਂ ਸਿਰਫ ਇੱਕ ਦਿਨ ਪਹਿਲਾਂ ਬਾਬਾ ਖੜਕ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਇੱਕ ਵੱਡਾ ਜਲੂਸ ਕੱਢਿਆ। ਬਾਬਾ ਖੜਕ ਸਿੰਘ ਜੀ ਉਸ ਸਮੇਂ ਸਿੱਖਾਂ ਦੇ ਸਭ ਤੋਂ ਚੋਟੀ ਦੇ ਰਾਜਨੀਤਿਕ ਆਗੂ ਸਨ ਤੇ ਅਗਲੇ ਦਿਨ ਕਾਂਗਰਸ ਦੇ ਇਜਲਾਸ ਤੋਂ ਬਾਅਦ ਹਰ ਅਖਬਾਰ ਇਹ ਕਹਿ ਰਹੀ ਸੀ ਕਿ ਸਿੱਖਾਂ ਦੇ ਪ੍ਰੋਗਰਾਮ ਦੇ ਸਾਹਮਣੇ ਕਾਂਗਰਸ ਦਾ ਇਜਲਾਸ ਬਿਲਕੁਲ ਫਿੱਕਾ ਪੈ ਗਿਆ ਸੀ। ਉਸੇ ਦਿਨ ਹੀ ਜਵਾਹਰ ਲਾਲ ਨਹਿਰੂ, ਉਸ ਦਾ ਪਿਤਾ ਮੋਤੀ ਲਾਲ ਨਹਿਰੂ ਤੇ ਗਾਂਧੀ ਤਿੰਨੇ ਬਾਬਾ ਖੜਕ ਸਿੰਘ ਦੇ ਪਿੰਡ ਪਹੁੰਚ ਗਏ ਤੇ ਚੋਪੜੀਆਂ ਗੱਲਾਂ ਕਰਕੇ ਬਾਬਾ ਖੜਕ ਸਿੰਘ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ। ਕਹਿਣ ਲੱਗੇ ਕਿ ਤੁਸੀਂ ਆਪਣਾ ਵੱਖਰਾ ਮੁਲਕ ਬਣਾਉਣ ਦੀ ਥਾਂ ਸਾਡਾ ਸਾਥ ਦਿਓ। ਆਜ਼ਾਦ ਭਾਰਤ ਵਿੱਚ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣੂਗਾ ਜੋ ਸਿੱਖਾਂ ਨੂੰ ਜਾਂ ਕਿਸੇ ਹੋਰ ਘੱਟ ਗਿਣਤੀ ਨੂੰ ਨਾ ਮਨਜ਼ੂਰ ਹੋਵੇ। ਆਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਵੀ ਇੱਕ ਅੱਡ ਖਿੱਤਾ ਦਿੱਤਾ ਜਾਊਗਾ ਜਿੱਥੇ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਬਾਬਾ ਖੜਕ ਸਿੰਘ ਜੀ, ਸੁੰਦਰ ਸਿੰਘ ਮਜੀਠੀਆ, ਇਹ ਸਾਰੇ ਕਾਫੀ ਸੂਝਵਾਨ ਰਾਜਨੀਤਿਕ ਆਗੂ ਸਨ। ਇਹ ਸਾਰੇ ਕਾਫੀ ਹੱਦ ਤੱਕ ਇਹਨਾਂ ਚਾਲਾਂ ਨੂੰ ਸਮਝਦੇ ਸਨ। ਪਰ ਸਿੱਖਾਂ ਦੀ ਮਾੜੀ ਕਿਸਮਤ ਕਹਿ ਲਓ ਜਾਂ ਨਾ ਸਮਝੀ, ਛੇਤੀ ਹੀ ਇਹ ਸਮਾਂ ਬਦਲ ਗਿਆ। ਉਹਨਾਂ ਸਮਿਆਂ 'ਚ ਹੀ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਸਿੱਖਾਂ ਨੇ ਇਤਿਹਾਸਿਕ ਗੁਰਦੁਆਰੇ ਮਹੰਤਾਂ ਦੀ ਕੈਦ ਤੋਂ ਆਜ਼ਾਦ ਕਰਵਾਏ ਸਨ। ਕਿਉਂਕਿ ਇਹ ਲਹਿਰ ਸਫਲ ਰਹੀ ਸੀ, ਇਸ ਲਈ ਸਿੱਖਾਂ ਨੇ ਇਸ ਲਹਿਰ ਤੋਂ ਉੱਭਰ ਕੇ ਆਏ ਧਾਰਮਿਕ ਆਗੂਆਂ ਨੂੰ ਹੀ ਆਪਣੇ ਰਾਜਨੀਤਿਕ ਆਗੂ ਬਣਾ ਲਿਆ, ਜਦਕਿ ਉਹਨਾਂ ਨੂੰ ਰਾਜਨੀਤੀ ਦਾ ਊੜਾ ਐੜਾ ਵੀ ਨਹੀਂ ਆਉਂਦਾ ਸੀ। ਜਦਕਿ ਜਿਹੜੇ ਅਸਲੀ ਰਾਜਨੀਤਿਕ ਆਗੂ ਸਨ ਬਾਬਾ ਖੜਕ ਸਿੰਘ ਵਰਗੇ, ਉਹਨਾਂ ਨੂੰ ਹਾਸ਼ੀਏ ਵੱਲ ਧੱਕ ਦਿੱਤਾ ਗਿਆ। ਹੁਣ ਇੱਕ ਪਾਸੇ ਸਨ ਗਾਂਧੀ, ਪਟੇਲ, ਨਹਿਰੂ, ਲਿਆਕਤ ਅਲੀ ਖਾਨ, ਮੁਹੰਮਦ ਅਲੀ ਜਿੰਨਾ, ਇਹ ਸਾਰੇ ਲੰਡਨ ਰਿਟਰਨ ਐਡਵੋਕੇਟ ਸਨ ਤੇ ਉਤੋਂ ਰਾਜਨੀਤੀ ਵਿੱਚ ਵੀ ਚੰਗੀ ਤਰ੍ਹਾਂ ਰੜੇ ਹੋਏ ਸਨ। ਤੇ ਦੂਜੇ ਪਾਸੇ ਸਨ ਸਾਡੇ ਸਿੱਖ ਲੀਡਰ ਜੋ ਨੋ ਡਾਊਟ ਕੌਮ ਲਈ ਮਰ ਮਿਟਣ ਵਾਲੇ ਬਹਾਦਰ ਸੂਰਮੇ ਸਨ, ਪਰ ਕੋਈ ਵੀ ਬੰਦਾ ਹਰ ਕੰਮ ਨਹੀਂ ਕਰ ਸਕਦਾ। ਇਹ ਸਾਰੇ ਨਾ ਤਾਂ ਰਾਜਨੀਤੀ ਬਾਰੇ ਬਾਹਲਾ ਕੁਝ ਜਾਣਦੇ ਸਨ ਤੇ ਉਤੋਂ ਸੀ ਵੀ ਬਿਲਕੁਲ ਅਨਪੜ੍ਹ। ਇਹਨਾਂ ਸਿੱਖ ਆਗੂਆਂ 'ਚੋਂ ਸਭ ਤੋਂ ਮੇਨ ਸਨ ਮਾਸਟਰ ਤਾਰਾ ਸਿੰਘ ਜੀ, ਜੋ ਇੱਕ ਪ੍ਰਾਇਮਰੀ ਟੀਚਰ ਸਨ। ਸਿੱਖ ਧਰਮ ਨੂੰ ਲੈ ਕੇ ਆਪਣੀ ਇਮਾਨਦਾਰੀ ਕਾਰਨ ਉਹਨਾਂ ਨੇ 50 ਸਾਲਾਂ ਤੱਕ ਸਿੱਖ ਹਿਰਦਿਆਂ ਤੇ ਰਾਜ ਕੀਤਾ। ਪਰ ਰਾਜਨੀਤੀ ਦੇ ਮਾਮਲੇ ਵਿੱਚ ਇਹ ਵੀ ਆਪਣੇ ਬਾਕੀ ਸਾਥੀਆਂ ਵਾਂਗ ਕੁਝ ਬਾਹਲਾ ਨਹੀਂ ਜਾਣਦੇ ਸਨ। ਤੇ ਨਹਿਰੂ ਗਾਂਧੀ ਨੇ ਗੱਲਾਂ ਚੋਪੜ ਕੇ ਜਦੋਂ ਇਹ ਵਾਅਦੇ ਵਾਰ-ਵਾਰ ਦੁਹਰਾਏ ਤਾਂ ਇਹ ਸਿੱਖ ਆਗੂ ਉਹਨਾਂ ਦੀਆਂ ਗੱਲਾਂ ਵਿੱਚ ਇਸ ਕਦਰ ਫਸੇ ਕਿ ਦੁਬਾਰਾ ਛੁੱਟ ਨਹੀਂ ਪਾਏ। ਹਿੰਦੂਆਂ ਤੋਂ ਪ੍ਰਭਾਵਿਤ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਮਾਸਟਰ ਤਾਰਾ ਸਿੰਘ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਤੇ ਉਹ ਬਾਅਦ ਵਿੱਚ ਸਿੱਖ ਧਰਮ ਵਿੱਚ ਆਏ ਸਨ। ਉਹਨਾਂ ਦਾ ਪੂਰਾ ਪਰਿਵਾਰ ਰਾਵਲਪਿੰਡੀ ਦਾ ਮੂਲ ਵਸਨੀਕ ਸੀ, ਜਿੱਥੇ ਬਹੁ ਗਿਣਤੀ ਮੁਸਲਮਾਨਾਂ ਦੀ ਸੀ ਤੇ ਬਹੁਤ ਘੱਟ ਗਿਣਤੀ ਦੇ ਵਸਨੀਕ ਹਿੰਦੂ ਸਿੱਖ ਆਪਸ ਵਿੱਚ ਘਿਓ ਖਿਚੜੀ ਵਾਂਗ ਰਹਿੰਦੇ ਸਨ। ਤੇ ਇੱਕ ਵਾਰ ਉੱਥੇ ਹੋਏ ਦੰਗਿਆਂ ਵਿੱਚ ਮੁਸਲਮਾਨਾਂ ਨੇ ਸਿੱਖ ਤੇ ਹਿੰਦੂਆਂ ਨੂੰ ਭਜਾ ਕੇ ਕੁੱਟਿਆ ਸੀ। ਉੱਤੋਂ 17ਵੀਂ 18ਵੀਂ ਸਦੀ ਵਿੱਚ ਮੁਗਲਾਂ ਵੱਲੋਂ ਕੀਤੇ ਜ਼ੁਲਮਾਂ ਦਾ ਮਾਨਸਿਕ ਪ੍ਰਭਾਵ ਤਾਂ ਸੀ ਹੀ। ਇਸ ਲਈ ਮਾਸਟਰ ਤਾਰਾ ਸਿੰਘ ਜੀ ਦੇ ਮਨ ਵਿੱਚ ਇਹ ਗੱਲ ਜੱਚੀ ਹੋਈ ਸੀ ਕਿ ਮੁਸਲਮਾਨ ਜ਼ਾਲਮ ਹੁੰਦੇ ਹਨ ਤੇ ਉਹ ਹਿੰਦੂਆਂ ਨੂੰ ਭੋਲੀ ਗਾਂ ਵਰਗਾ ਸਮਝਦੇ ਸਨ। ਉਹ ਇਹ ਕਦੀ ਨਹੀਂ ਸਮਝ ਸਕੇ ਕਿ ਇੱਕੋ ਖਿੱਤੇ ਵਿੱਚ ਰਹਿੰਦਿਆਂ ਦੋ ਕੌਮਾਂ ਦੇ ਵਿਚਾਰ ਆਪਸ ਵਿੱਚ ਜ਼ਰੂਰ ਟੱਕਰਦੇ ਹਨ ਤੇ ਬਹੁ ਗਿਣਤੀ ਆਗੂ ਕਦੇ ਵੀ ਘੱਟ ਗਿਣਤੀ ਨੂੰ ਇਨਸਾਫ ਨਹੀਂ ਦਿੰਦੇ। ਇਹ ਰਾਜਨੀਤਿਕ ਖੇਡ ਹੀ ਇਹੋ ਜਿਹੀ ਹੈ। ਮੁਹੰਮਦ ਅਲੀ ਜਿੰਨਾ ਤੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਕਈ ਵਾਰ ਪੇਸ਼ਕਸ਼ਾਂ ਕੀਤੀਆਂ। ਜਿੰਨਾ ਕਹਿੰਦਾ ਹੁੰਦਾ ਸੀ ਕਿ ਤੁਸੀਂ ਹਿੰਦੂਆਂ ਨੂੰ ਹਜੇ ਸਿਰਫ ਆਪਣੇ ਗੁਲਾਮ ਭਰਾਵਾਂ ਦੇ ਰੂਪ ਵਿੱਚ ਹੀ ਵੇਖਿਆ ਹੈ, ਜਦੋਂ ਇਹ ਸੱਤਾ ਤੇ ਕਾਬਜ ਹੋ ਗਏ ਤਾਂ ਇਹਨਾਂ ਨੇ ਤੁਹਾਨੂੰ ਲੁੱਟਣਾ ਵੀ ਹੈ ਤੇ ਕੁੱਟਣਾ ਵੀ ਹੈ। ਹਾਲਾਂਕਿ ਇਹਦੇ 'ਚ ਜਿੰਨਾ ਦਾ ਆਪਣਾ ਮਤਲਬ ਵੀ ਸੀ, ਕਿਉਂਕਿ ਜੇ ਸਿੱਖ ਉਹਨਾਂ ਦੇ ਨਾਲ ਰਲ ਜਾਂਦੇ ਤਾਂ ਪਾਕਿਸਤਾਨ ਦੀ ਸਰਹੱਦ ਦਿੱਲੀ ਤੇ ਯਮੁਨਾ ਤੱਕ ਫੈਲ ਜਾਣੀ ਸੀ। ਅੰਗਰੇਜ਼ਾਂ ਨੇ ਵੀ ਸਿੱਖਾਂ ਅੱਗੇ ਆਪਣਾ ਰਾਜ ਬਣਾਉਣ ਦੀ ਪੇਸ਼ਕਸ਼ ਕਈ ਵਾਰ ਕੀਤੀ ਸੀ। ਜਿਵੇਂ ਆਪਣੇ ਖੇਤਾਂ ਨੂੰ ਜੇ ਕੋਈ ਰਾਹ ਮਨਜ਼ੂਰ ਨਾ ਹੋਵੇ ਤਾਂ ਬੰਦਾ ਗਵੰਡੀ ਤੇ ਡਿਪੈਂਡ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਦੇਸ਼ ਨੂੰ ਬਾਹਰੀ ਦੁਨੀਆ ਨਾਲ ਜੋੜਨ ਲਈ ਸਮੁੰਦਰ ਤੱਕ ਦਾ ਰਾਹ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਅੰਗਰੇਜ਼ ਸਿੱਖਾਂ ਦੀ ਬਹਾਦਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਇਸੇ ਲਈ ਉਸ ਸਮੇਂ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ 55% ਸਿਪਾਹੀ ਸਿੱਖ ਸਨ। ਇੰਨਾ ਹੀ ਨਹੀਂ, 12% ਆਰਮੀ ਅਫਸਰ ਵੀ ਸਿੱਖ ਹੀ ਸਨ। ਅੰਗਰੇਜ਼ਾਂ ਨੇ ਖੁੱਲ੍ਹਾ ਸੱਦਾ ਦਿੱਤਾ ਸੀ ਕਿ ਤੁਸੀਂ ਸਾਨੂੰ ਫੌਜੀ ਭਰਤੀ ਦਿੰਦੇ ਰਹਿਣ ਦਾ ਵਾਅਦਾ ਕਰੋ। ਅਸੀਂ ਸਿੱਖ ਫੌਜੀਆਂ ਨੂੰ ਭਾਰੀ ਤਨਖਾਹ ਤੇ ਇੰਗਲੈਂਡ ਦੀ ਨਾਗਰਿਕਤਾ ਦੇਣ ਦੇ ਨਾਲ ਤੁਹਾਨੂੰ ਸਮੁੰਦਰ ਤੱਕ ਦਾ ਰਾਹ ਦੇਣ ਦਾ ਵੀ ਵਾਅਦਾ ਕਰਦੇ ਹਾਂ। ਪਰ ਸਿੱਖ ਆਗੂਆਂ ਨੂੰ ਤਾਂ ਨਹਿਰੂ ਗਾਂਧੀ ਨੇ ਇੰਨਾ ਮਗਰ ਲਾਇਆ ਹੋਇਆ ਸੀ ਕਿ ਉਹਨਾਂ ਨੇ ਇੱਕੋ ਗੱਲ ਦਾ ਰੱਟਾ ਲਾ ਰੱਖਿਆ ਸੀ ਕਿ ਨਾ ਤਾਂ ਆਪਣਾ ਆਜ਼ਾਦ ਮੁਲਕ ਬਣਾਵਾਂਗੇ ਤੇ ਨਾ ਹੀ ਪਾਕਿਸਤਾਨ ਬਣਨ ਦੇਵਾਂਗੇ। ਰਾਜਨੀਤੀ ਵਿੱਚ ਕੋਈ ਕਿਸੇ ਦਾ ਭਲਾ ਨਹੀਂ ਕਰਦਾ। ਹੋ ਸਕਦਾ ਸੀ ਕਿ ਅੰਗਰੇਜ਼ ਇਹ ਪੇਸ਼ਕਸ਼ ਭਾਰਤ ਦਾ ਇੱਕ ਹੋਰ ਟੋਟਾ ਕਰਨ ਦੇ ਮਨਸੂਬੇ ਨਾਲ ਕਰ ਰਹੇ ਹੋਣ, ਪਰ ਕਾਰਨ ਭਾਵੇਂ ਕੁਝ ਵੀ ਹੋਵੇ, ਸਿੱਖਾਂ ਦਾ ਤਾਂ ਪੱਕੇ ਤੌਰ ਤੇ ਭਲਾ ਹੋ ਜਾਣਾ ਸੀ। ਪਰ ਸਿੱਖ ਆਗੂਆਂ ਨੇ ਜਿਨ੍ਹਾਂ ਰਣਨੀਤੀਆਂ ਦੀ ਚੋਣ ਕੀਤੀ, ਉਹਨਾਂ ਨੂੰ ਰਾਜਨੀਤਿਕ ਤੌਰ ਤੇ ਬੜੀ ਹੀ ਬਚਕਾਨਾ ਤੇ ਬੇਵਕੂਫੀ ਭਰੀ ਹਰਕਤ ਕਿਹਾ ਜਾ ਸਕਦਾ ਹੈ। ਸਿਆਲਕੋਟ ਵਾਲੇ ਸਰਦਾਰ ਸ਼ਿਵਦੇਵ ਸਿੰਘ ਜੀ ਕਾਉਂਸਲ ਆਫ ਇੰਡੀਆ ਦੇ ਮੈਂਬਰ ਸਨ।
ਇਸ ਲਈ 1932 ਚ ਹੋਣ ਵਾਲੇ ਗੋਲਮੇਜ਼ ਸੈਮੀਨਾਰ ਲਈ ਉਹਨਾਂ ਨੂੰ ਲੰਡਨ ਜਾਣ ਦਾ ਮੌਕਾ ਮਿਲਿਆ। ਸੈਮੀਨਾਰ ਤੋਂ ਬਾਅਦ ਗੋਰੀ ਸਰਕਾਰ ਨੇ ਉਹਨਾਂ ਨੂੰ ਸੱਦਾ ਭੇਜਿਆ ਕਿ ਤੁਸੀਂ ਗਾਂਧੀ ਹੁਣਾਂ ਦੇ ਜਾਣ ਤੋਂ ਬਾਅਦ 2 ਕੁ ਦਿਨ ਹੋਰ ਰੁਕ ਜਾਓ। ਸਿੱਖਾਂ ਦੇ ਵੱਖਰੇ ਰਾਜ ਦੀ ਵੰਡ ਲਈ ਅਸੀਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਬਾਤ ਕਰਨਾ ਚਾਹੁੰਦੇ ਹਾਂ। ਪਰ ਅੱਗਿਓਂ ਸ਼ਿਵਦੇਵ ਸਿੰਘ ਨੇ ਜਵਾਬ ਭੇਜਿਆ ਕਿ ਅਸੀਂ ਗੋਰੀ ਸਰਕਾਰ ਤੋਂ ਸਿਰਫ ਇੰਨਾ ਚਾਹੁੰਦੇ ਹਾਂ ਕਿ ਉਹ ਛੇਤੀ ਤੋਂ ਛੇਤੀ ਆਪਣਾ ਬੋਰੀਆ ਬਿਸਤਰ ਸਮੇਟ ਕੇ ਭਾਰਤ ਤੋਂ ਦਫਾ ਹੋ ਜਾਣ। ਸਿੱਖਾਂ ਨੂੰ ਜੋ ਚਾਹੀਦਾ ਹੈ ਉਹ ਅਸੀਂ ਆਪਣੇ ਹਿੰਦੂ ਭਰਾਵਾਂ ਦੀ ਕਿਰਪਾ ਨਾਲ ਆਪੇ ਹਾਸਿਲ ਕਰ ਲਵਾਂਗੇ। ਇੱਕ ਹੋਰ ਮੂਰਖਤਾ ਭਰਿਆ ਕਿੱਸਾ ਸਾਂਝਾ ਕਰਾਂ ਤਾਂ ਉਹਨਾਂ ਸਮਿਆਂ 'ਚ ਇੱਕ ਸਿੱਖ ਵਪਾਰੀ ਹੁੰਦਾ ਸੀ, ਸਰਦਾਰ ਬਲਦੇਵ ਸਿੰਘ। ਜਦੋਂ ਵੀ ਅਕਾਲੀ ਆਗੂ ਕਿਤੇ ਜਾਂਦੇ ਹੁੰਦੇ ਸਨ ਤਾਂ ਉਹਨਾਂ ਦੇ ਕਿਰਾਏ ਭਾੜੇ ਦਾ ਖਰਚਾ ਇਹੀ ਬਲਦੇਵ ਸਿੰਘ ਚੁੱਕਦਾ ਸੀ। ਪਰ ਉਂਝ ਇਹ ਇੱਕ ਨੀਵੇਂ ਪੱਧਰ ਦਾ ਲਾਲਚੀ ਬੰਦਾ ਸੀ ਤੇ ਜਦੋਂ ਅੰਗਰੇਜ਼ਾਂ ਨਾਲ ਰਾਜ ਦੀ ਵੰਡ ਲਈ ਮੀਟਿੰਗ ਤੇ ਮੀਟਿੰਗਾਂ ਦੇ ਦੌਰ ਚੱਲ ਰਹੇ ਸਨ, ਜਦੋਂ ਵੰਡ ਵਿੱਚ ਵੱਧ ਤੋਂ ਵੱਧ ਫਾਇਦਾ ਲੈਣ ਲਈ ਅੰਗਰੇਜ਼ ਤੇ ਹਿੰਦੂ ਮੁਸਲਮਾਨਾਂ ਵਿੱਚ ਹਰ ਰੋਜ਼ ਬਹਿਸਬਾਜ਼ੀ ਤੇ ਸੌਦੇਬਾਜ਼ੀ ਚੱਲ ਰਹੀ ਸੀ, ਉਹ ਨਾਜ਼ੁਕ ਦੌਰ ਜਦੋਂ ਕਿਸੇ ਆਗੂ ਦੀ ਕੀਤੀ ਇੱਕ ਛੋਟੀ ਜਿਹੀ ਗਲਤੀ ਵੀ ਪੂਰੀ ਦੀ ਪੂਰੀ ਕੌਮ ਦਾ ਭਵਿੱਖ ਵਿਗਾੜ ਸਕਦੀ ਸੀ, ਉਹਨਾਂ ਸਮਿਆਂ 'ਚ ਸਿੱਖ ਆਗੂਆਂ ਨੇ ਆਪਣੇ ਖਰਚੇ ਦਾ ਸਾਨ ਲਾਉਣ ਲਈ ਇਸ ਬਲਦੇਵ ਸਿੰਘ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਅੱਗੇ ਕਰ ਦਿੱਤਾ, ਜਿਹੜਾ ਇਹਨਾਂ ਰਾਜਨੀਤਿਕ ਮਾਮਲਿਆਂ 'ਚ ਹਜੇ ਜਵਾਕਾਂ ਜਿੰਨੀ ਮੱਤ ਹੀ ਰੱਖਦਾ ਸੀ। ਨਹਿਰੂ ਤੇ ਗਾਂਧੀ ਹੁਣੀ ਪਿੱਠ ਪਿੱਛੇ ਬੇਬੀ ਬਲਦੇਵ ਕਹਿ ਕੇ ਇਹਦਾ ਮਜ਼ਾਕ ਉਡਾਉਂਦੇ ਸਨ। ਐਨ ਫੈਸਲੇ ਦੇ ਮੌਕੇ ਤੇ ਆ ਕੇ ਨਹਿਰੂ ਨੇ ਸੋਨੇ ਦੀ ਹੱਡੀ ਦੇ ਮੂਹਰੇ ਸੁੱਟ ਕੇ ਇਸ ਨੂੰ ਆਪਣੀ ਜੇਬ ਵਿੱਚ ਪਾ ਲਿਆ ਤੇ ਜਦੋਂ 1961 ਵਿੱਚ ਬਿਮਾਰੀਆਂ ਨਾਲ ਤੜਫਦੇ ਹੋਏ ਉਹ ਆਪਣੀ ਮੌਤ ਦੀ ਉਡੀਕ ਕਰ ਰਿਹਾ ਸੀ, ਉਸ ਸਮੇਂ ਉਸਨੇ ਰੋਂਦੇ ਹੋਏ ਆਪਣੇ ਸਾਰੇ ਭੇਦਾਂ ਤੋਂ ਪਰਦਾ ਚੁੱਕਿਆ। ਬਲਦੇਵ ਕਹਿੰਦਾ ਸੀ ਕਿ ਮੈਂ ਲਾਲਚ ਵਿੱਚ ਫਸ ਕੇ ਆਪਣੀ ਕੌਮ ਨੂੰ ਜੰਜੀਰਾਂ ਵਿੱਚ ਨੂੜ ਕੇ ਹਿੰਦੂ ਹਾਕਮਾਂ ਦੇ ਸਾਹਮਣੇ ਹਲਾਲ ਹੋਣ ਲਈ ਸੁੱਟ ਦਿੱਤਾ ਸੀ ਤੇ ਅੱਜ ਮੈਨੂੰ ਪਰਮਾਤਮਾ ਇਸੇ ਪਾਪ ਦੀ ਸਜ਼ਾ ਦੇ ਰਿਹਾ ਹੈ। ਸਿੱਖ ਆਗੂਆਂ ਨੂੰ ਚਾਹੀਦਾ ਸੀ ਕਿ ਉਹ ਵੀ ਕਾਂਗਰਸ, ਜਿੰਨਾ ਤੇ ਗੋਰੀ ਸਰਕਾਰ ਸਭ ਨਾਲ ਨੈਗੋਸ਼ੀਏਟ ਕਰਦੇ ਤੇ ਜਿਹੜਾ ਸਭ ਤੋਂ ਵੱਧ ਫਾਇਦਾ ਦਿੰਦਾ ਉਹਦੇ ਨਾਲ ਹੋ ਜਾਂਦੇ। ਪਰ ਸਿੱਖਾਂ ਨੇ ਬਿਨਾਂ ਕੋਈ ਲਿਖਤ ਸਮਝੌਤਾ ਕੀਤੇ 20 ਸਾਲਾਂ ਤੱਕ ਕਾਂਗਰਸ ਦੇ ਹਵਾਈ ਵਾਅਦਿਆਂ ਦਾ ਹੀ ਝੰਡਾ ਚੁੱਕੀ ਰੱਖਿਆ। ਮਾਸਟਰ ਤੇਜਾ ਸਿੰਘ ਹੁਣਾਂ ਦੀਆਂ ਅੱਖਾਂ ਉਦੋਂ ਖੁੱਲੀਆਂ ਜਦੋਂ ਆਜ਼ਾਦੀ ਤੋਂ ਬਾਅਦ ਕਾਂਗਰਸ ਆਪਣੇ ਹਰ ਵਾਅਦੇ ਤੋਂ ਪਿੱਛੇ ਹਟਦੀ ਦਿਖੀ। ਸਭ ਤੋਂ ਪਹਿਲਾਂ ਉਹ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਅੱਡ ਸੂਬਾ ਬਣਾਉਣ ਤੋਂ ਮੁੱਕਰ ਗਏ ਤੇ ਫਿਰ ਧਾਰਾ 25 ਲਾਗੂ ਕਰਕੇ ਜ਼ਬਰਦਸਤੀ ਸਿੱਖਾਂ ਨੂੰ ਹਿੰਦੂ ਧਰਮ ਦਾ ਭਾਗ ਐਲਾਨ ਦਿੱਤਾ। ਇਸ ਤੋਂ ਬਾਅਦ ਵੀ ਕਦੀ ਪੰਜਾਬ ਦਾ ਪਾਣੀ ਬਾਕੀ ਸੂਬਿਆਂ ਨੂੰ ਦੇ ਕੇ, ਕਦੀ 84 'ਚ ਦਰਬਾਰ ਸਾਹਿਬ ਤੇ ਹਮਲਾ ਕਰਕੇ, ਕਦੀ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਕਰਕੇ ਤੇ ਹੁਣ ਖੇਤੀ ਦੇ ਕਾਲੇ ਕਾਨੂੰਨ ਲਾਗੂ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੀ ਸਾਖ ਮਿਟਾਉਣ ਦੀਆਂ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ। ਸੋ ਇਹ ਸਨ ਉਹ ਪ੍ਰਚਲਿਤ ਕਾਰਨ ਜੋ ਸਿੱਖਾਂ ਦੇ ਆਜ਼ਾਦ ਅੱਡ ਮੁਲਕ ਨਾ ਬਣਨ ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ। ਪਰ ਕੀ ਸੱਚਮੁੱਚ ਇਹੀ ਕਾਰਨ ਸਨ? ਸੱਚ ਦੱਸਾਂ ਤਾਂ ਇਹ ਸਾਰੇ ਕਾਰਨ ਪੜ੍ਹਨ ਤੋਂ ਬਾਅਦ ਮਨ ਨੂੰ ਸੰਤੁਸ਼ਟੀ ਜੀ ਹੀ ਨਹੀਂ ਹੋਈ ਸੀ। ਵਾਰ-ਵਾਰ ਇੰਜ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਕੁਝ ਮਿਸਿੰਗ ਹੋ ਰਿਹਾ ਹੈ। ਸੋ ਜਦੋਂ ਕਿਸੇ ਬੁੱਕ 'ਚੋਂ ਇਸ ਮਾਮਲੇ ਨਾਲ ਜੁੜੇ ਬੱਝੇ ਹੋਏ ਅਸਲ ਤੱਥ ਸਾਹਮਣੇ ਨਾ ਆਏ ਤਾਂ ਸੱਚ ਜਾਣਨ ਲਈ ਅੱਗੇ ਦੀ ਰਿਸਰਚ ਮੈਂ ਆਪ ਕਰਨ ਦਾ ਫੈਸਲਾ ਕੀਤਾ। ਇਸੇ ਕਾਰਨ ਹੀ ਪਿਛਲੇ ਹਫਤੇ ਵੀਡੀਓ ਅਪਲੋਡ ਨਹੀਂ ਹੋ ਪਾਇਆ ਸੀ, ਕਿਉਂਕਿ ਮੈਂ ਅੱਧਾ ਅਧੂਰਾ ਸੱਚ ਦੱਸ ਕੇ ਆਪਣੇ ਭੈਣਾਂ ਭਰਾਵਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੁੰਦਾ ਸੀ ਤੇ ਜਿਵੇਂ-ਜਿਵੇਂ ਮੈਂ ਰਿਸਰਚ ਵਿੱਚ ਅੱਗੇ ਵਧਿਆ ਅੱਧੀ ਅਧੂਰੀ ਤਸਵੀਰ ਪੂਰੀ ਦਿਖਣੀ ਸ਼ੁਰੂ ਹੋ ਗਈ। ਸੋ ਹੁਣ ਅੱਗੇ ਜੋ ਤੱਥ ਵੀ ਤੁਸੀਂ ਸੁਣੋਗੇ ਉਹ ਮੈਂ ਹਿੰਦੀ, ਇੰਗਲਿਸ਼ ਤੇ ਪੰਜਾਬੀ ਦੀਆਂ ਲਗਭਗ 15-16 ਕਿਤਾਬਾਂ ਪੜ੍ਹਨ ਤੋਂ ਬਾਅਦ ਇਕੱਠੇ ਕੀਤੇ ਹਨ। ਪਤਾ ਨਹੀਂ ਤੁਹਾਨੂੰ ਸਹੀ ਲੱਗਣ ਜਾਂ ਨਹੀਂ, ਪਰ ਮੇਰੇ ਵੱਲੋਂ ਜੋ ਮੈਨੂੰ ਠੀਕ ਲੱਗਿਆ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਅਸਲ ਵਿੱਚ ਜਦੋਂ ਕੋਈ ਗੱਲ ਸੌਖੀ ਤੇ ਛੇਤੀ ਮੁਕਾਉਣੀ ਹੋਵੇ ਤਾਂ ਸਾਰੀ ਅਸਫਲਤਾ ਦਾ ਭਾਂਡਾ ਕਿਸੇ ਇੱਕ ਦੇ ਸਿਰ ਭੰਨ ਦੇਣਾ ਬੜੀ ਸੌਖੀ ਖੇਡ ਹੁੰਦੀ ਹੈ ਤੇ ਇਸ ਮਾਮਲੇ ਵਿੱਚ ਇਹ ਭਾਂਡਾ ਮਾਸਟਰ ਤਾਰਾ ਸਿੰਘ ਜੀ ਦੇ ਸਿਰ ਭੰਨਿਆ ਜਾ ਰਿਹਾ ਹੈ। ਕੀ ਹੋਇਆ ਕਿ ਉਹ ਪ੍ਰਾਇਮਰੀ ਸਕੂਲ ਦੇ ਟੀਚਰ ਸਨ। ਮਾਸਟਰ ਤਾਰਾ ਸਿੰਘ ਜੀ ਉਹਨਾਂ ਸਮਿਆਂ ਵਿੱਚ ਫਸਟ ਗ੍ਰੇਡ ਪਾਸ ਗ੍ਰੈਜੂਏਟ ਤੇ ਆਪਣੀ ਹਾਕੀ ਟੀਮ ਦੇ ਕਪਤਾਨ ਸਨ। ਤੁਹਾਨੂੰ ਕੀ ਲੱਗਦਾ ਹੈ ਕਿ ਆਪਣਾ ਮੁਲਕ ਲੈਣਾ ਜਿੰਨਾ ਤੇ ਮਾਸਟਰ ਤਾਰਾ ਸਿੰਘ ਜੀ ਹੁਣਾਂ ਲਈ ਬੜਾ ਸੌਖਾ ਕੰਮ ਸੀ, ਜਿਨ੍ਹਾਂ ਨੂੰ ਪਾਕਿਸਤਾਨ ਕੋਈ ਗੋਰਿਆਂ ਨੇ ਪਲੇਟ 'ਚ ਪਾ ਕੇ ਸਾਹਮਣੇ ਪਰੋਸਿਆ ਨਹੀਂ ਸੀ। ਜਿੱਥੇ ਇੱਕ ਪਾਸੇ ਨਹਿਰੂ ਤੇ ਗਾਂਧੀ ਨੇ ਇਸ ਕੰਮ ਵਿੱਚ ਬੜੇ ਅੜਿੱਕੇ ਅੜਾਏ, ਉੱਥੇ ਮੁਸਲਿਮ ਸਮਾਜ ਦਾ ਵੀ ਇੱਕ ਵੱਡਾ ਦਬਕਾ ਅੱਡ ਨਹੀਂ ਹੋਣਾ ਚਾਹੁੰਦਾ ਸੀ। ਪਰ ਹਰ ਮੌਕੇ ਤੇ ਜਿਨ੍ਹਾਂ ਨੇ ਬੜੀ ਗਜਬ ਦੀ ਗੇਮ ਖੇਡੀ, ਜਿੱਥੇ ਇੱਕ ਪਾਸੇ ਉਹਨਾਂ ਨੇ ਆਪਣੇ ਲੋਕਾਂ ਨੂੰ ਸਮਝਾਇਆ, ਦੂਜੇ ਪਾਸੇ ਉਹਨਾਂ ਨਹਿਰੂ ਗਾਂਧੀ ਤੇ ਵੀ ਗੱਲ ਖਾਨੇ ਪਾਤੀ ਕਿ ਮੰਨ ਜਾਓ ਨਹੀਂ ਤਾਂ ਫਿਰ ਇਹਦਾ ਅੰਜਾਮ ਭੋਗਣ ਲਈ ਤਿਆਰ ਰਹੋ। ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਵੰਡ ਨਿਰਧਾਰਿਤ ਕਰਨ ਲਈ ਦੂਜੀ ਕਮਿਸ਼ਨ 1947 ਵਿੱਚ ਬਿਠਾਈ ਗਈ ਸੀ, ਯਾਨੀ ਕਿ ਐਂਡ ਤੱਕ ਇਹ ਕਨਫਰਮ ਨਹੀਂ ਸੀ ਕਿ ਪਾਕਿਸਤਾਨ ਬਣੂਗਾ ਜਾਂ ਨਹੀਂ। ਪਰ ਜਿਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਤੇ ਰਾਜਨੀਤਿਕ ਸਮਝ ਰੰਗ ਲਿਆਈ ਤੇ ਪਾਕਿਸਤਾਨ ਅੱਡ ਮੁਲਕ ਬਣ ਪਾਇਆ। ਪਰ ਸਿੱਖਾਂ ਲਈ ਇਹ ਸੀਨ ਥੋੜਾ ਹੋਰ ਜ਼ਿਆਦਾ ਔਖਾ ਸੀ। ਇੱਕ ਤਾਂ ਉਸ ਸਮੇਂ ਸਿੱਖਾਂ ਦੀ ਆਬਾਦੀ 33 ਕਰੋੜ ਚੋਂ ਸਿਰਫ 60-70 ਲੱਖ ਹੀ ਸੀ, ਉਹ ਵੀ ਮੋਗਾ ਤੇ ਤਰਨਤਾਰਨ ਨੂੰ ਛੱਡ ਕੇ ਕਿਸੇ ਵੀ ਤਹਿਸੀਲ ਵਿੱਚ ਸਿੱਖਾਂ ਦੀ ਬਹੁ ਗਿਣਤੀ ਨਹੀਂ ਸੀ। ਤਾਂ ਮੰਗਦੇ ਤਾਂ ਕਿਹੜਾ ਇਲਾਕਾ ਮੰਗਦੇ। ਉਸ ਸਮੇਂ ਜੀਂਦ, ਨਾਭਾ, ਪਟਿਆਲਾ ਤੇ ਕਪੂਰਥਲਾ ਇਹ ਸਾਰੇ ਅੱਡ ਆਜ਼ਾਦ ਰਿਆਸਤਾਂ ਸਨ।
ਉਹਨਾਂ ਦਾ ਵੀ ਕਨਫਰਮ ਨਹੀਂ ਸੀ ਕਿ ਇਹ ਨਾਲ ਰਲਣਗੇ ਜਾਂ ਨਹੀਂ। ਸੋ ਇਹ ਕਹਿ ਦੇਣਾ ਕਿ ਮਾਸਟਰ ਤਾਰਾ ਸਿੰਘ ਜੀ ਨੂੰ ਆਜ਼ਾਦ ਰਾਜ ਬਣਾਉਣ ਲਈ ਪੁੱਛਿਆ ਗਿਆ ਤੇ ਉਹਨਾਂ ਨੇ ਸਾਫ਼-ਸਾਫ਼ ਮਨਾ ਕਰਤਾ, ਇਹ ਗੱਲ ਬਿਲਕੁਲ ਗਲਤ ਹੋਊਗੀ। ਤੇ ਜੇ ਮੰਨ ਵੀ ਲਿਆ ਜਾਵੇ ਕਿ ਸਾਡੇ ਧਾਰਮਿਕ ਆਗੂ ਇਸ ਕੰਮ ਵਿੱਚ ਫੇਲ ਹੋ ਗਏ, ਜੋ ਕਿ ਕਾਫੀ ਹੱਦ ਤੱਕ ਸਹੀ ਵੀ ਹੈ, ਤਾਂ ਵੀ ਇਹ ਇਕੱਲੇ ਉਹਨਾਂ ਆਗੂਆਂ ਦੀ ਗਲਤੀ ਨਹੀਂ ਹੈ। ਰਾਜਨੀਤਿਕ ਆਗੂਆਂ ਨੂੰ ਪਰਾਂ ਕਰਕੇ ਧਾਰਮਿਕ ਆਗੂਆਂ ਨੂੰ ਅੱਗੇ ਲਿਆਉਣ ਵਾਲਾ ਸਾਡਾ ਪੂਰਾ ਪੰਥ ਸੀ। ਸੋ ਇੰਨੀ ਕੁ ਸੁਰਤ ਤਾਂ ਸਾਡੇ ਸਿੱਖ ਪੰਥ ਨੂੰ ਵੀ ਹੋਣੀ ਚਾਹੀਦੀ ਸੀ ਕਿ ਕਿਹੜੇ ਕੰਮ ਲਈ ਕਿਹਨੂੰ ਅੱਗੇ ਕਰਨਾ ਹੈ। ਇਸ ਮਾਮਲੇ 'ਚ ਸਾਡੇ ਮੁਸਲਮਾਨ ਭਰਾ ਸਾਡੇ ਨਾਲੋਂ ਵੱਧ ਸਮਝਦਾਰ ਨਿਕਲੇ। ਉਹਨਾਂ ਕੋਲ ਵੀ 5-5 ਟਾਈਮ ਨਮਾਜ਼ ਪੜ੍ਹਨ ਵਾਲੇ ਬੜੇ ਤਗੜੇ ਹਾਜੀ ਕਾਜੀ ਮੌਜੂਦ ਸਨ, ਪਰ ਕੌਮ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਨੇ ਜਿਨ੍ਹਾਂ ਨੂੰ ਅੱਗੇ ਕੀਤਾ। ਭਾਵੇਂ ਜਿਨ੍ਹਾਂ ਨੂੰ ਨਮਾਜ਼ ਪੜ੍ਹਨੀ ਵੀ ਨਹੀਂ ਆਉਂਦੀ ਸੀ, ਉਹ ਤਾਂ ਸਵੇਰੇ ਸ਼ਾਮ ਸ਼ਰਾਬ ਤੇ ਤੰਬਾਕੂ ਨਾਲ ਡੱਕਿਆ ਰਹਿੰਦਾ ਸੀ। ਪਰ ਮੁਸਲਮਾਨ ਸਮਾਜ ਜਾਣਦਾ ਸੀ ਕਿ ਇੱਥੇ ਕੋਈ ਵਿਦਵਾਨ ਜਾਂ ਹਾਜੀ ਕਾਜੀ ਉਹ ਕੰਮ ਨਹੀਂ ਕਰ ਸਕਦਾ ਜੋ ਜਿੰਨਾ ਕਰ ਸਕਦਾ ਸੀ। ਤੇ ਠੀਕ ਇਹੀ ਸੁਧਾਰ ਅੱਜ ਹਿੰਦੂ ਸਮਾਜ ਵੀ ਕਰ ਚੁੱਕਿਆ ਹੈ। ਸੰਦੀਪ ਮਹੇਸ਼ਵਰੀ ਤੇ ਵਿਵੇਕ ਬਿੰਦਰਾ ਵਰਗੇ ਮੋਟੀਵੇਸ਼ਨਲ ਸਪੀਕਰ ਕੋਟ ਪੈਂਟ ਤੇ ਬੂਟ ਪਾ ਕੇ ਹੱਥ ਵਿੱਚ ਗੀਤਾ ਫੜ ਕੇ ਸ਼ਰੇਆਮ ਕਾਰਪੋਰੇਟ ਸਟੇਜਾਂ ਤੋਂ ਭਗਵਤ ਗੀਤਾ ਦਾ ਪ੍ਰਚਾਰ ਕਰਦੇ ਹਨ ਤੇ ਸਾਡੇ ਹਿੰਦੂ ਵੀਰ ਉਹਨਾਂ ਨੂੰ ਹੱਥੀਂ ਛਾਵਾਂ ਕਰਦੇ ਹਨ। ਕੀ ਹੋਇਆ ਜੇ ਇਹਨੇ ਬੋਧੀ ਨਹੀਂ ਰੱਖੀ, ਤਿਲਕ ਤੇ ਜਨੇਊ ਨਹੀਂ ਪਾਇਆ, ਪਰ ਹੈ ਤਾਂ ਸਾਡਾ ਹੀ, ਪ੍ਰਚਾਰ ਤਾਂ ਸਾਡੇ ਧਰਮ ਦਾ ਹੀ ਕਰ ਰਿਹਾ ਹੈ। ਜਦਕਿ ਇੰਨੇ ਘਾਟੇ ਖਾਣ ਤੋਂ ਬਾਅਦ ਸਾਨੂੰ ਸਿੱਖਾਂ ਨੂੰ ਹਜੇ ਵੀ ਸਮਝ ਨਹੀਂ ਆਈ। ਅਸੀਂ ਅਕਸਰ ਇਹ ਗੱਲ ਸੁਣਦੇ ਹਾਂ ਕਿ ਫਲਾਣੇ ਨੇ ਤਾਂ ਅੰਮ੍ਰਿਤ ਨਹੀਂ ਛਕਿਆ, ਦਾੜੀ ਵੀ ਕਟਾਉਂਦਾ ਹੈ, ਉਹ ਭਲਾ ਸਟੇਜ ਤੇ ਚੜ੍ਹ ਕੇ ਸਿੱਖੀ ਦੀ ਗੱਲ ਕਿਵੇਂ ਕਰ ਸਕਦਾ ਹੈ। ਤੇ ਸਭ ਤੋਂ ਪਹਿਲਾਂ ਸਾਡੇ ਪੰਥ ਦੇ ਲੀਡਰ ਉਹਦੇ ਮਗਰ ਪੈਂਦੇ ਹਨ। ਪਤਾ ਹੈ ਕਿ ਜੇ ਨਵਾਂ ਬੰਦਾ ਖੜਾ ਹੋ ਗਿਆ ਤਾਂ ਸਾਡੀ ਗੋਲਕਾਂ 'ਚ ਮਾਇਆ ਉਨੀ ਘੱਟ ਹੋ ਜਾਊਗੀ। ਤੇ ਇਸੇ ਕਮੀ ਦਾ ਫਾਇਦਾ ਚੱਕ ਕੇ ਅੱਜ ਬਹੁਤ ਸਾਰੇ ਢੋਂਗੀ ਕਰੋੜਾਂ ਰੁਪਏ ਕਮਾ ਰਹੇ ਹਨ। ਅੰਦਰੋਂ ਭਾਵੇਂ ਖੋਟੇ ਹੋਣ, ਕਰਤੂਤਾਂ ਭਾਵੇਂ ਕਾਲੀਆਂ ਹੋਣ, ਸਭ ਤੋਂ ਪਹਿਲਾਂ ਅਗਲੇ ਦਾੜਾ ਵਧਾਉਂਦੇ ਆ, ਲੰਮਾ ਸਾਰਾ ਚੋਲਾ ਪਾ ਕੇ ਉਹ ਤੋਂ ਵੱਡਾ ਸਾਰਾ ਸਿਰੀ ਸੇ ਬਾਹਰ ਕੱਢ ਲੈਂਦੇ ਆ। ਤੇ ਮੇਰੇ ਵਰਗੇ ਨੀਵੀਂ ਬੁੱਧੀ ਵਾਲੇ ਇਹ ਲੁੱਕ ਵੇਖ ਕੇ ਉਹਨਾਂ ਦੇ ਮਗਰ ਲੱਗ ਜਾਂਦੇ ਆ। ਵਾਪਸ ਟੌਪਿਕ ਤੇ ਆਈਏ ਤਾਂ 47 'ਚ ਸਿੱਖਾਂ ਨੂੰ ਆਜ਼ਾਦ ਖਿੱਤਾ ਨਾ ਮਿਲਣ 'ਚ ਇਕੱਲੇ ਸਿੱਖ ਆਗੂ ਹੀ ਜ਼ਿੰਮੇਵਾਰ ਨਹੀਂ ਸਨ। ਕਿਤੇ ਨਾ ਕਿਤੇ ਗਲਤੀ ਆਗੂਆਂ ਦੀ ਚੋਣ ਕਰਨ 'ਚ ਸਾਡੇ ਸਿੱਖ ਸਮਾਜ ਤੋਂ ਵੀ ਹੋਈ ਸੀ। ਕੌਮ ਦੇ ਗੱਦਾਰਾਂ ਨੇ ਤੇ ਕਾਂਗਰਸ ਨੇ, ਇਹਨਾਂ ਨੇ ਤਾਂ ਸਾਨੂੰ ਪਿੱਛੇ ਖਿੱਚਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਹੀ ਸੀ। ਕਾਰਨ ਭਾਵੇਂ ਕੁਝ ਵੀ ਹੋਣ, ਅੰਤ ਵਿੱਚ ਮੈਂ ਇੱਕੋ ਗੱਲ ਹੀ ਕਹਿਣਾ ਚਾਹੂੰਗਾ, वो वक्त भी देखा था तारीख की घड़ियों ने, लम्हों ने खता की, सदियों ने सजा पाई। पर ਆਪਾਂ ਨਿਰਾਸ਼ ਨਹੀਂ ਹੋਣਾ। ਇਹ ਵਿਸਾਖ ਹਾਦਸਾ ਹਜੇ ਮਸਾ 70-75 ਸਾਲਾਂ ਦੀ ਕਹਾਣੀ ਹੈ। ਕੌਮਾਂ ਦੇ ਇਤਿਹਾਸ ਤਾਂ ਹਜ਼ਾਰਾਂ ਸਾਲਾਂ ਦੇ ਹੁੰਦੇ ਹਨ। ਸਿੱਖੀ ਪਹਿਲਾਂ ਵੀ ਚੜ੍ਹਦੀ ਕਲਾ ਵਿੱਚ ਸੀ ਤੇ ਤੂਫਾਨਾਂ ਦਾ ਮੂੰਹ ਮੋੜ ਕੇ ਦੁਬਾਰਾ ਜ਼ਰੂਰ ਉੱਠੂਗੀ। ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਏ। ਵੀਡੀਓ ਨੂੰ ਲਾਈਕ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ। ਦੂਸਰਿਆਂ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅਗਲਾ ਵੀਡੀਓ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਣ ਵਾਲਾ ਹੈ। ਸਰਦਾਰ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਅਤੇ ਗਦਰ ਲਹਿਰ, ਜਾਂ ਫਿਰ ਬੁੱਕ ਤੇ ਸਿੱਖ ਵੀ ਨਿਕਲਿਆ ਗਿਆ। ਕਿਸ ਤਰ੍ਹਾਂ ਹਿੰਦੂ ਧਰਮ ਬਾਕੀ ਕਈ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਤੋਂ ਬਾਅਦ ਹੁਣ ਸਿੱਖ ਧਰਮ ਨੂੰ ਨਿਗਲ ਰਿਹਾ ਹੈ। ਸਾਡਾ ਇੰਸਟਾਗ੍ਰਾਮ ਪੇਜ ਵੀ ਤੁਹਾਡੀ ਉਡੀਕ ਕਰ ਰਿਹਾ ਹੈ। ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।